ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਸਰਵਣ ਕਰ ਰਹੇ ਹਾਂ। ਅੱਜ ਜੋ ਸਤਿਗੁਰੂ ਜੀ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਆ, ਸਾਹਿਬ ਜੀ ਦਾ ਫਰਮਾਨ ਹੈ, ਡਰ ਡਰ ਮਰਤੇ ਜਬ ਜਾਨੀਏ ਦੂਰ, ਡਰ ਚੂਕਾ ਦੇਖਿਆ ਭਰਪੂਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਸਾਰੀ ਜ਼ਿੰਦਗੀ ਘੁੱਟ ਘੁੱਟ ਕੇ ਮਰਦੇ, ਡਰ ਡਰ ਕੇ ਜੀਵਨ ਜੀਂਦੇ, ਹਰ ਵਕਤ ਭੈ ਵਿੱਚ ਰਹਿੰਦੇ। ਕੌਣ? ਜਿਨ੍ਹਾਂ ਨੇ ਰੱਬ ਨੂੰ ਦੂਰ ਜਾਣਿਆ, ਜਿਨ੍ਹਾਂ ਨੇ ਸਮਝਿਆ ਕਿ ਰੱਬ ਖਰੀ, ਕਿਸੇ ਨੇ ਕਿਹਾ ਸਤਵੇਂ ਸਮਾਨ ਤੇ, ਕਿਸੇ ਨੇ ਕਿਹਾ ਬੈਕੁੰਠ ਕਿੱਥੇ, ਉੱਪਰ ਨੂੰ ਮੂੰਹ ਕਰਕੇ। ਜਦੋਂ ਕਿ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਦਸੋ ਦਿਸ਼ਾ ਰਵਿਆ ਪ੍ਰਭ ਆਪ। ਸਨਾਤਨ ਧਰਮ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲਿਖੀਆਂ ਮੁਣੀਆਂ ਨੇ, ਜਿੱਦਾਂ ਜਿੱਦਾਂ ਰੱਬ ਨੂੰ ਅਨੁਭਵ ਕੀਤਾ, ਉਦਾਂ ਉਦਾਂ ਰੱਬ ਦਾ ਨਾਮ ਲੈ ਕੇ ਯਾਦ ਕੀਤਾ। ਕਿਸੇ ਨੇ ਕਹਿ ਦਿੱਤਾ ਜੈ ਸ਼੍ਰੀ ਰਾਮ, ਇਹਦੇ ਅਰਥ ਨੇ ਤੇਰੀ ਜੈ ਹੋਵੇ। ਰਮੈ ਜਰੇ ਜਰੇ, ਜੈ ਜੈ ਦਾ ਮਤਲਬ ਹੈ ਜਰਾ, ਸ਼੍ਰੀ ਸਤਕਾਰ, ਰਾਮ ਰਮਿਆ ਹੋਇਆ। ਮੇਰੀ ਨਮਸਕਾਰ ਉਸ ਨੂੰ ਹੈ ਜਿਹੜਾ ਜਰੇ ਜਰੇ ਵਿੱਚ ਰਮਿਆ ਹੋਇਆ। ਕਿਸੇ ਨੇ ਕਹਿ ਦਿੱਤਾ ਹਰੀ ਓਮ, ਮੇਰੀ ਨਮਸਕਾਰ ਉਸ ਨੂੰ ਹੈ ਜਿਹੜਾ ਹਰ ਜਗ੍ਹਾ ਤੇ ਉਹ ਪਰਮਾਤਮਾ ਹੈ। ਕਿਸੇ ਨੇ ਕਹਿ ਦਿੱਤਾ ਅੱਲਾਹ, ਭਾਵ ਇਹ ਅਰਬੀ ਦਾ ਸ਼ਬਦ ਹੈ, ਇਹਦੇ ਵੀ ਅਰਥ ਉਹੀ ਆ ਕਿ ਜਿਹਦਾ ਪਾਰਾਵਾਰ ਕੋਈ ਨਹੀਂ ਗਾ, ਜਿਹਦਾ ਆਦ ਤੋਂ ਅੰਤ ਤੱਕ ਕੋਈ ਨਹੀਂ ਸਮਝ ਸਕਦਾ ਵੀ ਆਦ ਕਦੋਂ ਸ਼ੁਰੂ ਹੋਇਆ ਸੀ, ਉਹਦਾ ਅੰਤ ਕਦੋਂ ਹੋਣਾ। ਹਰ ਧਰਮ ਦੇ ਵਿੱਚ, ਹਰ ਮਜ਼ਹਬ ਦੇ ਵਿੱਚ ਸੱਚਾਈ ਹੈ, ਪਰ ਹਰ ਧਰਮ ਦੇ ਵਿੱਚ, ਹਰ ਮਜ਼ਹਬ ਦੇ ਵਿੱਚ ਦੁਕਾਨਦਾਰ ਵੀ ਹੈ, ਜਿਹੜੇ ਧਰਮ ਦੀਆਂ ਦੁਕਾਨਾਂ ਖੋਲ ਲੈਂਦੇ ਨੇ ਤੇ ਭੋਲੀ ਭਾਲੀ ਜਨਤਾ ਨੂੰ, ਭੋਲੀ ਭਾਲੀ ਆਸਥਾ ਨੂੰ ਠੇਸ ਪਹੁੰਚਾਉਂਦੇ ਰਹਿੰਦੇ ਨੇ। ਗੁਰੂ ਸਾਹਿਬ ਜੀ ਕੀ ਸਮਝਾਉਂਦੇ ਨੇ ਇੱਥੇ? ਹੇ ਭਾਈ, ਉਹ ਪ੍ਰਾਣੀ ਡਰ ਡਰ ਮਰਦੇ ਨੇ ਜਿਹੜੇ ਰੱਬ ਨੂੰ ਦੂਰ ਜਾਣਦੇ, ਤੇ ਇਹ ਗੁਰੂ ਕੇ ਸਿੱਖਾਂ ਉਹਨਾਂ ਚਿਰ ਦੁਨੀਆ ਦਾ ਡਰ, ਰਿਸ਼ਤੇਦਾਰੀਆਂ ਦਾ ਡਰ, ਸਮਾਜ ਦਾ ਡਰ, ਜਿੰਨਾ ਚਿਰ ਪਰਮਾਤਮਾ ਨੂੰ ਦੂਰ ਜਾਣੇ। ਡਰ ਡਰ ਮਰਤੇ ਜਬ ਜਾਨੀਏ ਦੂਰ, ਤੇ ਡਰ ਚੂਕਾ। ਕਦੋਂ ਡਰ ਖਤਮ ਹੋ ਗਿਆ? ਜਦੋਂ ਗੁਰੂ ਦੀ ਸ਼ਰਨ ਚ ਆਇਆ, ਗੁਰੂ ਮਤ ਧਾਰਨ ਕੀਤੀ, ਗੁਰੂ ਸਾਹਿਬ ਜੀ ਦੇ ਬਚਨ ਸੁਣੇ। ਮਹਾਰਾਜ ਕਹਿੰਦੇ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ। ਸਾਡੀ ਤਾਂ ਜੀ ਇਹ ਖਾਨਦਾਨੀ ਪਿੱਛੋਂ ਚੱਲੀ ਆਉਂਦੀ ਰੀਤ ਆ। ਮਹਾਰਾਜ ਕਹਿੰਦੇ ਸਾੜ ਦੋ ਉਸ ਨੂੰ ਜਿਹਦੇ ਵਿੱਚੋਂ ਪਰਮਾਤਮਾ ਵਿਸਰ ਗਿਆ। ਕੋਈ ਧਰਮ ਦਾ ਕਰਮ ਕਰਦੇ ਪਏ ਨਾ, ਉਹਦੇ ਵਿੱਚ ਰੱਬ ਦੀ ਬੰਦਗੀ ਨਹੀਂ। ਕੋਈ ਧਰਮ ਦਾ ਕੰਮ ਕਰਦੇ ਪਏ ਆ, ਉਹਦੇ ਚ ਮਨੁੱਖਤਾ ਦੀ ਸੇਵਾ ਨਹੀਂ। ਮਹਾਰਾਜ ਕਹਿੰਦੇ ਉਹਨੂੰ ਸਾੜ ਦਿਓ, ਕੋਈ ਧਰਮ ਕਰਮ ਦਾ ਕੰਮ ਨਹੀਂ ਹੈਗਾ। ਤੇ ਜਿਹੜੇ ਏਦਾਂ ਦੇ ਅਸੀਂ ਧਰਮ ਦੇ ਕਰਮ ਮੰਨੇ ਹੋਇਆ ਨਾ, ਉਹਨਾਂ ਬਾਰੇ ਸਤਿਗੁਰੂ ਜੀ ਕਹਿੰਦੇ ਧਰਮ ਕਰਮ ਪਾਖੰਡ ਜੋ ਦੀਸੈ, ਜਿਹਦੇ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ, ਸਿਮਰਨ ਨਹੀਂ, ਮਨੁੱਖਤਾ ਦੀ ਸੇਵਾ ਨਹੀਂ, ਉਹ ਧਰਮ ਕਰਮ ਪਖੰਡ ਬਣ ਕੇ ਰਹਿ ਜਾਂਦਾ। ਮਹਾਰਾਜ ਫਿਰ ਕੀ ਸਮਝਾਉਂਦੇ ਨੇ? ਧਰਮ ਕਰਮ ਪਾਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੂਟੈ। ਉਹਨਾਂ ਨੂੰ ਜਮ ਲੁੱਟ ਲੈਂਦੇ ਆ। ਫਿਰ ਬਚਿਆ ਕਿਵੇਂ ਜਾਏਗਾ? ਮਹਾਰਾਜ ਕਹਿੰਦੇ ਨਿਰਵਾਨ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੇ। ਉਸ ਪਰਮਾਤਮਾ ਦੀ ਬੰਦਗੀ ਵਾਲਾ ਕਾਰਜ ਕਰਨਾ। ਮਹਾਰਾਜ ਕਹਿੰਦੇ ਡਰ ਚੂਕਾ ਕਦੋਂ?
ਜਦੋਂ ਦੇਖਿਆ ਭਰਪੂਰ, ਜਦੋਂ ਉਸ ਨੂੰ ਪਰਿਪੂਰਨ ਮੇਰੇ ਅੰਗ ਸੰਗ ਨਜ਼ਰ ਆਉਣ ਲੱਗ ਪਿਆ ਕਿ ਸਤਿਗੁਰ ਸਦਾ ਸੰਗ ਹੈ ਨਾਲੇ। ਜਦੋਂ ਸਮਝ ਆ ਗਈ ਸਤਿਗੁਰ ਜਾਗਤਾ ਹੈ ਦੇਵ, ਜਦੋਂ ਸਮਝ ਆ ਗਈ ਸਤਿਗੁਰ ਮੇਰਾ ਮਾਰਜ ਵਾਲੇ, ਜਦੋਂ ਸਮਝ ਆ ਗਈ ਪ੍ਰਭ ਭਾਵੈ ਬਿਨ ਸਾਸ ਤੇ ਰਾਖੇ, ਜਦੋਂ ਸਮਝ ਆ ਗਈ ਪ੍ਰਭ ਭਾਵੈ ਤਾਂ ਪਾਥਰ ਤਰਾਵੇ, ਜਦੋਂ ਸਮਝ ਆ ਗਈ ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜਦੋਂ ਇਹ ਸਮਝ ਵਿੱਚ ਆ ਗਿਆ ਡਰ ਚੁੱਕਾ, ਕਿਉਂਕਿ ਹੁਣ ਤੂੰ ਹੀ ਤੂੰ, ਤੂੰ ਹੀ ਤੂੰ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਹੋਏ। ਜਦੋਂ ਗੱਲ ਇਹ ਸਮਝ ਵਿੱਚ ਆ ਗਈ ਉਦੋਂ, ਇਹ ਸਮਝ ਕਦੋਂ ਆਏਗੀ? ਜਦੋਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਗੁਰੂ ਦੇ ਬਚਨ ਨੂੰ ਸੁਣਨਾ ਸ਼ੁਰੂ ਕਰਾਂਗੇ। ਮਰਜ ਕਹਿੰਦੇ ਨੇ ਸਤਿਗੁਰ ਆਪਣੇ ਕੋ ਬੁਲਾਰੇ, ਛੋੜ ਨ ਜਾਈ ਸਰ ਪਰ ਤਾਰੇ। ਆਪਣੇ ਗੁਰੂ ਤੋਂ ਬਲਹਾਰ ਜਾਵਾਂ, ਸਦਕੇ ਜਾਵਾਂ, ਜਿਹੜਾ ਕਦੀ ਛੱਡਦਾ ਨਹੀਂ ਹੈ। ਇਸ ਲਈ ਤੇ ਮਹਾਰਾਜ ਕਹਿੰਦੇ ਤੋੜ ਇਹਨਾਂ ਕੱਚਿਆਂ ਨਾਲ, ਇਹ ਤੇ ਜਿਉਂਦਿਆਂ ਹੀ ਛੱਡ ਜਾਂਦੇ ਆ। ਤੇ ਢੂੰਡਲਾ ਉਹ ਸੱਜਣ ਪੱਕਾ ਜਿਹੜਾ ਮੋਇਆ ਵੀ ਸਾਥ ਜਾਂਦਾ ਹੈ, ਉਹਦੇ ਨਾਲ ਮਿੱਤਰਤਾ ਕਰ, ਉਹਦੇ ਨਾਲ ਪ੍ਰੇਮ ਪਾ। ਇਹ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨਾਲ ਤੂੰ ਪਾ ਛੱਡਿਆ ਨਾ, ਇਹਦੇ ਬਾਰੇ ਸਤਿਗੁਰੂ ਕਹਿੰਦੇ ਜੀਵਤ ਹੀ ਵਿਵਹਾਰ ਹੈ ਜਗ ਕੋ ਤੁਮ ਜਾਨੋ। ਇਹ ਤੇ ਜਿਉਂਦਿਆਂ ਜਿਉਂਦਿਆਂ ਦਾ ਵਿਹਾਰ ਹੈ। ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨ। ਇਹ ਸੁਪਨੇ की नहीं आई है। जिदन जम का डंड मूंद में लागा तब नर सूता जागे। ਜਦੋਂ ਜਮਾਂ ਦਾ ਡੰਡਾ ਵੱਜਦਾ ਆਣ ਕੇ ਉਦੋਂ ਅੱਖਾਂ ਖੁੱਲਦੀਆਂ ਗਿਆਨ ਦੀਆਂ, ਪਰ ਉਦੋਂ ਬਹੁਤ ਦੇਰ ਹੋ ਚੁੱਕੀ ਆ, ਉਦੋਂ ਬਹੁਤ ਸਮਾਂ ਲੰਘ ਚੁੱਕਿਆ। ਹੁਣ ਚਿੜੀਆਂ ਚੁਗ ਗਈ ਹੈ। ਹੁਣ ਪਛਤਾਵਾ ਇਹ ਤੇ ਉਹ ਪਛਤਾਵਾ ਕਿਸੇ ਕੰਮ ਨਹੀਂ। ਸਮਾਂ ਰਹਿੰਦਿਆਂ ਪਛਤਾਵਾ ਕੀਤਾ ਹੁੰਦਾ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਸਮਾਂ ਰਹਿੰਦਿਆਂ ਪਛਤਾਵਾ ਕਰ। ਉਹ ਪਛਤਾਵਾ ਕੀਤਾ ਹੁੰਦਾ ਤੇ ਕਿਸੇ ਲੇਖੇ ਆ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਆਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਅੱਗੇ ਸਮਝ ਕੇ ਚੱਲ, ਪਿੱਛੇ ਜਿਹੜੀ ਬੀਤ ਗਈ ਸੋ ਬੀਤ ਗਈ। ਤੇ ਜੇ ਸਾਰੀ ਬੀਤ ਗਈ ਕੁਝ ਬਚਿਆ ਹੀ ਨਾ ਤਾਂ ਫਿਰ ਪਛਤਾਵਾ ਕਰੀ ਤਾਂ ਫਿਰ ਤੇ ਕੁਝ ਨਹੀਂ ਪੱਲੇ ਪੈਣਾ। ਸਤਿਗੁਰੂ ਬਖਸ਼ਿਸ਼ ਕਰਦੇ ਦੁਖ ਰੋਗ ਸੋਗ ਬਿਸਰੇ ਜਪ ਨਾਮ, ਸਦਾ ਆਨੰਦ ਜਹਰ ਗੁਣ ਗਾਮ। ਦੁੱਖ ਰੋਗ ਸੋਗ ਇਹ ਸਾਰੇ ਖਤਮ ਹੋ ਜਾਣਗੇ। ਕਦੋਂ? ਜਦੋਂ ਪਰਮਾਤਮਾ ਦਾ ਸਿਮਰਨ ਕਰੇਗਾ, ਜਦੋਂ ਗੁਰੂ ਦੀ ਗੱਲ ਮੰਨ ਲਏਗਾ, ਜਦੋਂ ਗੁਰੂ ਦਾ ਬਚਨ ਮੰਨ ਲਿਆ ਨਾ। ਮਹਾਰਾਜ ਕਹਿੰਦੇ ਸਦਾ ਆਨੰਦ ਜਾਂ ਹਰ ਗੁਣ ਗਾ। ਗੁਰੂ ਦੇ ਗੁਣ, ਗੁਰੂ ਦਾ ਬਚਨ ਮੰਨ ਕੇ ਪਰਮਾਤਮਾ ਦੇ ਗੁਣ ਗਾਉਂਦਿਆਂ ਮਹਾਰਾਜ ਕਹਿੰਦੇ ਆਨੰਦ ਹੀ ਆਨੰਦ ਬਣਿਆ ਰਹਿਣਾ। ਭਾਵੇਂ ਤਤੀ ਤਵੀ, ਭਾਵੇਂ ਦੇਗ ਉਬਲਦੀ, ਭਾਵੇਂ ਆਰੇ ਨਾਲ ਚੀਰੇ ਜਾ ਰਹੇ, ਭਾਵੇਂ ਚਰਖੜੀਆਂ ਤੇ ਚੜਿਆ। ਜਦੋਂ ਗੁਰੂ ਦੀ ਗੱਲ ਸਮਝ ਵਿੱਚ ਆ ਗਈ ਨਾ, ਉਦੋਂ ਆਪਣੇ ਆਪ ਹੀ ਸਭ ਕੁਝ ਗੁਰੂ ਨਾਲ ਹੋਏਗਾ। ਗਿਲਾ ਵੀ ਗੁਰੂ ਨਾਲ, ਸ਼ੁਕਰਾਨਾ ਵੀ ਗੁਰੂ ਦਾ, ਮੰਗ ਵੀ ਗੁਰੂ ਅੱਗੇ ਹੀ ਹੋਏਗੀ। ਫਿਰ ਜਦੋਂ
ये गल समझ आ गई भी वो परमेश्वर परिपूर्ण है, घट घट की जानन हार है। बुरा भला कोई न कही जय, छोड़ मान हर चरण गही जय। ऐ मेरे मना छड़ दूजिया नूं बुरा कहना। मुसलमान माड़े आ, हिंदू माड़े आ, राधा स्वामी माड़े आ, निरंकारी माड़े आ, छड़ कहना ये जिहड़े सच्चे सौदे वाले माड़े। अपने गिरवान में सिर नीवा कर देख, अपने गोडियां 'ਚ सिर दे के वेख मैं किन्ना चंगा। महाराज कहंदे जदों गुरबाणी समझ विच आ गई फिर बुरा भला कोई ना कही जे, क्योंकि गुरु का वचन समझ च आ जाना। ना कोई मूर्ख ना कोई सियाना, वरते सब कुछ उसका पाना। ये ओदी दात आ, जिन्हों चाहे दे दे। महाराज कहते ना मूक उचरे शास्त्र खट, पिंग गिरन चढ़ जाए, अंध लखे बदलो सुने, जो काल कृपा कराए। काल परमात्मा जदों वो कृपा करदा अन्नियां नूं दिसन लग जांदा, बोलियां नूं सुनन लग जांदा, पिंगलियां नूं लत्तां मिल जांदियां ने। जदों ये गल समझ विच आ गई फिर कोई बुरा नजर आएगा ही नहीं। कहो नानक गुर मंत्र चितार, सुख पावे सच्चे दरबार। सतगुरु जी सिक्ख्या बख्शिश करते हैं। ऐ गुरु के सिखा गुरु मंत्र नूं चितार, उन्होंने चेते कर। जिन्हों आपां कहने सिमरन, ते सिमरन दे अर्थ पता की है? ये संस्कृति का शब्द आ। जे आपां कहीए ना किसी नूं आपां पुछ लीए, पुछ लेना साडे वर्गे पाठियां नूं जिहड़े सिर्फ ते सिर्फ रोटियां खाण पूरे ताले, कोई स्टडी नहीं करनी, कोई खोज नहीं करनी, उन्होंने पुछ के वेख लेना सिमरन की हुंदा। सिमरन सिमरन वैगुरू वैगुरू आ, सिमरन वैगुरू वैगुरू नहीं गा। सिमरन संस्कृति का शब्द आ। सिमरन के अर्थ ने याद कर। जो असीं कहने सिमरन कर, उदों कहने याद कर। जो असीं कहने सिमरन कर, उन्होंने चेते कर। जो असीं कहिए मैं सिमरन करदा सी, मैं उन्होंने रब नूं याद करदा सी, चेते करदा सी। सिमरन के अर्थ ये है। महाराज कहते जो खेड बन जाती है उदों ये सब समझ विच आ जाता। अगे बख्शिश करते हैं सतगुरु जी। जाका मीत साजन है समिया, तिस जन को का की कमियां। जो गुरु के दरबार आ जाता, जो गुरु नूं आपां भेंट कर दिंदा, मन अर्पण कर देता गुरु के चरणों च, फिर वो घबराउंदा नहीं है। ज्यो मंदिर को थामै मंदिर, जो मंदिर को थामै थम्मन, त्यों गुर का शब्द मने अस्थम्मन। उवे गुरु का शब्द इस मन नूं सहारा दिंदा है। महाराज सच्चे पातशाह जी कहते ने जो गुरु की गल समझ च आ गई उदों ऐटोमैटिक उहदे अंदर मनोबल आ जाता। फिर आत्म विश्वास नाल कहंदा है जाका मीत साजन, वो परमात्मा है समिया, जिसका साहिब डाढ़ा होए तिसनू मार ना सके कोई। जिसका मीत साजन वो समिया है, तिस जन को कहो का की कमी है, उन्होंने फिर कादी कमी है। देखो जिहड़ा सिमरन करदा ना
परमात्मा की बंदगी करदा, ਉਹਦੇ ਨਾਲ परमात्मा की ਸਾਂਝ पै जाती। अपनी किसी सेठ नाल साँझ पै जावे, वो वेले कवेले साडी माया नाल मदद कर दिंदा। किसी लीडर नाल साँझ पै जावे, वेले कवेले साडा कोई काम मसला हल कर दिंदा। किसी मंत्री नाल साँझ पै जावे, वो कोई एजेंसी वगैरह कोई इहो जिहा कारज साडा कर जांदा। जे रब नाल साँझ पै जावे तो फिर तो सभे कारज रास, फिर तो कोई कमी नहीं रह जाती। जो रब नाल साँझ पै जाती है, वो बोलता है तो दरगाह च सुनिया जाता है। वो कुछ बोलता है, दरगाह च सुनिया जाता। आप पीर फकीरां दे डेरियां ते असीं क्यों जाने आ? क्योंकि उन्होंने बंदगी की, सिमरन किया, इन्ना बंदगी ते सिमरन किया कि रब नाल साँझ पै गई उन्होंने। वो जो कुछ बोलते हैं रब की दरगाह च चलिया जाता, सुनिया जाता, उत्थे गौर की जाती है। मन लो कोई मंत्री आ, कोई लीडर आ, नेता है, कोई वड्डा अफसर आ, कोई जज आ, उन्हें दुखियां दी फरियाद सुनने वास्ते टाइम रखिया है। टाइम रखिया है ते अपार्टमेंट लैनी पैंदी है। उस तो बाद लाइन च लगना पैंदा है। कैमरे लगे हुंदे आ, बाहर किन्नी हरकत कर रहा, कोई की कर रहा, ते कोई उहदी जान पहचान वाला जदों उस लाइन च खड़ा हुंदा ना, वो अपने पीएन नूं जां अपने पीए नूं कोल बुला के कहंदा, आ जिहड़ा बंदा खड़ा इहनूं अंदर लै आ, उहनूं सीधा अंदर लै आ। इहनूं कहंदे दीवाने आम, दीवाने खास। जिहड़े रब दे प्यारे ने वो दीवाने खास बन जांदे आ। उन्हां दा बोलिया दरगे चलता है। तो फिर गुरु साहब कहते ना, जिसका बोलिया दरगे चले, सो किसको ले आवे नजर थले। वो किनू ले गया नजर थले? जिदा बोलिया रब की दरगाह च प्रवान हो जाता। महाराज सच्चे पातशाह जी समझाते हैं, जिदा सज्जन वड्डा है, उन्होंने फिर किस चीज की कमी है? जाकी प्रीत गोबिंद स्यो लागी, दुख दर्द भरमता का भागी। ये हुण समझ लियो, ये मेरे बचन नहीं है, ये गुरु ग्रंथ साहिब जी महाराज के बचन है। महाराज की कहते हैं, फिर असीं अपने अंदर झाती मारनी आ भी साडे ते ये बचन टुकदा है ते असीं इहदे उत्ते किन्ने क पूरे हैं। दोबारा गौर करियो, गुरु साहब जी की कहते हैं? कहते जाकी प्रीत गोबिंद स्यो लागी, जिहदी प्रीत परमात्मा नाल लग गई, दुख दर्द भरम ताका भागी। दुख शरीर की गल नहीं जे कीती, शरीर ते पंज तत्तां दा बनिया, पंज भूतक जिन्हों कह दिंदे आ, पंजां तत्तां दा बनिया। इहदे विच जिहड़ियां मेन शक्तियां काम करदियां ने वो तीन ने, अग, पानी, हवा, जिन्हों वात पित्त अग्नि कह दिंदे आ। ते इहदा थोड़ा जिहा तापमान जिहड़ा है वो जदों वध जांदा, जिहड़ी जे वध जांदा वो रुक खड़ा दिंदा। अग वध गई, अंदर बुखार चढ़ गया। हवा की शक्ति अंदर वध गई, एसिडिटी बन गई, गैस हो गई। पानी की शक्ति वध गई, बलगम पैदा हो गई। इन्हां तो फिर जो पेट रोग बनते, पेट रोग तो चमड़ी रोग बनते। इन्हां दे बारे ते गुरु ने सीधा फैसला किया कि दुख सुख दोए दर कपड़े, पहरे जाए मनुख,
ਦੁੱਖ ਤੇ ਸੁੱਖ ਦੇ ਇਹ ਕੱਪੜੇ ਨੇ, ਇਹ ਤੇ ਪਹਿਨਣੇ ਪੈਣੇ। ਆਤਮਿਕ ਦੁੱਖ ਨਹੀਂ ਲੱਗਦਾ, ਆਤਮਾ ਬਲਵਾਨ ਹੋ ਜਾਂਦੀ, ਭਰਮ ਦੂਰ ਹੋ ਜਾਂਦਾ ਵੀ ਕੋਈ ਮੈਨੂੰ ਮਾਰ ਸਕਦਾ, ਕਿਉਂਕਿ ਪਰਮੇਸ਼ਰ ਤੋਂ ਬਗੈਰ ਕੋਈ ਨਹੀਂ ਮਾਰ ਸਕਦਾ। ਤੇ ਜੇ ਮੈਨੂੰ ਇਹਨੇ ਮਾਰਿਆ ਏ ਤੇ ਪਰਮੇਸ਼ਰ ਦਾ ਹੁਕਮ ਹੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਂਦੇ ਨੇ ਕਿ ਜਿਹਨੂੰ ਇਹ ਗੱਲ ਸਮਝ 'ਚ ਆ ਜਾਂਦੀ, ਉਹਦਾ ਭਰਮ ਦੂਰ ਹੋ ਜਾਂਦਾ ਵੀ ਕੋਈ ਪੀਰ ਫਕੀਰ ਮੇਰੀ ਮੁਰਾਦ ਪੂਰੀ ਕਰ ਸਕਦਾ, ਕੋਈ ਮੜੀਆਂ ਮਸਾਲੀਆਂ, ਕੋਈ ਪੀਰਖਾਨਾ, ਕੋਈ ਕਬਰਸਤਾਨ ਮੇਰੀ ਮੁਰਾਦ ਪੂਰੀ ਕਰ ਸਕਦਾ। ਜੇ ਕਰ ਸਕਦਾ ਤੇ ਉਹ ਹੈ ਪਰਮ ਪਿਤਾ ਪਰਮਾਤਮਾ ਵਾਹਿਗੁਰੂ, ਉਹ ਕਰ ਸਕਦਾ ਹੈ। ਉਹਦਾ ਭਰਮ ਦੂਰ ਚਲਿਆ ਜਾਂਦਾ ਹੈ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਹੀਂ ਲਪਟਾਇਓ। ਇਹ ਨਿਸ਼ਾਨੀਆਂ ਨੇ ਜਿਹੜੇ ਰੱਬ ਦੇ ਪਿਆਰੇ ਆ। ਜਿਹਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ, ਸਤਿਗੁਰੂ ਕਹਿੰਦੇ ਉਹਦੇ ਦੂਜੇ ਰਸ ਖਤਮ ਹੋ ਜਾਂਦੇ, ਅਨਰਸ ਉਹਦਾ ਖਤਮ ਹੋ ਜਾਂਦਾ। ਜਾਂ ਕਾ ਕਹਿਆ ਦਰਗੇ ਚਲੇ, ਸੋ ਕਿਸ ਕੋ ਨਦਰ ਲੈ ਆਵੇ ਤਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਐ ਬੰਦਿਆ, ਫਿਰ ਜਿਹਦਾ ਪਰਮਾਤਮਾ ਦੀ ਦਰਗਾਹ 'ਚ ਬੋਲ ਪਹੁੰਚ ਜਾਂਦਾ ਹੈ, ਜਦੋਂ ਸਿਮਰਨ ਕਰਦਾ ਜਾਂ ਦੁਹਾਈ ਪਾਉਂਦਾ, ਰੱਬ ਦੀ ਦਰਗਾਹ 'ਚ ਪਹੁੰਚ ਜਾਂਦਾ, ਉਹ ਦੁੱਖੀ ਤਿੱਕੀ ਨੂੰ ਕੀ ਸਮਝੇਗਾ। ਜਿਹਦੀ ਨਿਰੰਕਾਰ ਦੇ ਨਾਲ ਸਾਂਝ ਪੈ ਗਈ, ਉਹ ਤੇ ਜਿਹੜੇ ਨਿਰੰਕਾਰ ਦੇ ਭਗਤ ਨੇ, ਪੀਰ ਨੇ, ਦੇਵਤੇ ਨੇ, ਪੈਗੰਬਰ ਨੇ, ਉਹ ਤੇ ਉਹਨਾਂ ਵਰਗਾ ਹੀ ਹੋ ਗਿਆ ਜਿਹਦੀ ਨਿਰੰਕਾਰ ਨਾਲ ਸਾਂਝ ਪੈ ਗਈ। ਤੇ ਇੱਕ ਗੱਲ ਗੁਰੂ ਸਾਹਿਬ ਕਹਿੰਦੇ ਨੇ ਕਿ ਐ ਬੰਦਿਆ, ਇੱਕ ਪਰਮਾਤਮਾ ਸਰਬ ਸ਼ਕਤੀਮਾਨ ਆ, ਉਹਦੇ ਹੱਥ ਵਿੱਚ ਪੂਰੀ ਪਾਵਰ ਆ, ਬਾਕੀਆਂ ਨੂੰ ਉਹਨੇ ਵੰਡੀ ਆ, ਤੇ ਉਹਦੀ ਮਰਜ਼ੀ ਆ ਉਹ ਦਇਆ ਦੇ ਘਰ 'ਚ ਆ ਜਾਵੇ ਤੇ ਤੇਰੇ ਮਾੜੇ ਕਰਮ ਜਿਹੜੇ ਨੇ ਉਹ ਮਾਫ ਕਰ ਦੇਵੇ ਤੇ ਚੰਗੇ ਕਰਮ ਕਰਨ ਵਾਸਤੇ ਤੈਨੂੰ ਉਦਮ ਦੇ ਦੇ। ਉਹਦੇ ਹੱਥ 'ਚ ਖੇਡ ਆ। ਇਸ ਲਈ ਉਸ ਪਰਮਾਤਮਾ ਤੱਕ ਆਵਾਜ਼ ਪਹੁੰਚਾਉਣ ਦਾ ਯਤਨ ਕਰੀਏ, ਉਹਦੀ ਦਰਗਾਹ ਤੱਕ ਆਪਣੀ ਗੱਲ ਪਹੁੰਚਾਉਣ ਦਾ ਯਤਨ ਕਰੀਏ। ਜਾਂ ਕਾ ਸਭ ਕਿਛ, ਜਾਂ ਕਾ ਸਭ ਸਮ, ਸਭ ਕਿਛ ਤਾਕਾ ਹੋਏ, ਨਾਨਕ ਤਾਕੋ ਸਦਾ ਸੁਖ ਹੋਏ। ਜਿਨੇ ਸਭ ਕੁਛ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ ਵਾਲਾ ਜੀਵਨ ਕਰ ਲਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਹਿਰਦੇ ਘਰ ਵਿੱਚ ਸੁੱਖ ਹੀ ਸੁੱਖ, ਸੁੱਖ ਹੀ ਸੁੱਖ, ਉਹਨੂੰ ਕੋਈ ਦੁੱਖ ਨਹੀਂ ਦੇ ਸਕਦਾ। ਭਾਵੇਂ ਜਿਉਂਦੇ ਦੀ ਖਲ ਲਾ ਦੇ, ਉਹਨੂੰ ਦੁੱਖ ਨਹੀਂ ਦੇ ਸਕਦਾ। ਸੁਕਰਾਤ ਲਿਖੀ ਨੂੰ ਜ਼ਹਿਰ ਦਾ ਪਿਆਲਾ ਦੇ ਰਹੇ ਨੇ ਤੇ ਉਹਦਾ ਮਜ਼ਾਕ ਉਡਾਉਣ ਵਾਸਤੇ ਇੱਕ ਉਹਦੇ ਮਜ਼ਾਕ ਦਾ ਸੰਗੀਤ ਚੱਲਦਾ ਪਿਆ, ਸੰਗੀਤ ਚੱਲਦਾ ਪਿਆ ਤੇ ਉਹ ਸੰਗੀਤਕਾਰ ਕੋਲ ਜਾ ਕੇ ਕਹਿੰਦਾ ਮੈਨੂੰ ਆਹ ਸੰਗੀਤ ਸਿਖਾ ਦੇ। ਕਹਿੰਦਾ ਤੇਰੇ ਤੇ ਮਜ਼ਾਕ ਇਹ ਚੱਲਦਾ ਪਿਆ। ਕਹਿੰਦਾ ਕਮੇਡੀਅਨ ਸਭ ਤੋਂ ਸਫਲ ਉਹ ਹੁੰਦਾ ਜਿਹੜਾ ਆਪਣਾ ਮਜ਼ਾਕ ਖੁਦ ਉਡਾਵੇ, ਆਪਣੇ ਉੱਤੇ ਗੱਲ ਕਰੇ, ਉਹ ਅਸਲ ਕਮੇਡੀਅਨ ਹੁੰਦਾ। ਮੁੜ ਕੇ ਉਹ ਸੰਗੀਤ ਸਿੱਖਿਆ ਤੇ ਉਹਨੂੰ ਬਾਰ-ਬਾਰ ਆ ਕੇ ਜਿਹੜਾ ਜ਼ਹਿਰ ਪੀਸਦਾ ਪਿਆ ਪੱਥਰ ਉੱਤੇ, ਉਹਨੂੰ ਬਾਰ-ਬਾਰ ਆ ਕੇ ਪੁੱਛਦਾ ਕਿੰਨਾ ਕੁ ਟਾਈਮ ਲੱਗੇਗਾ। ਉਹ ਜਲਾਲ ਕਹਿੰਦਾ ਤੈਨੂੰ ਬਾਲੀ ਜਲਦੀ ਪਈ ਮਰਨ ਦੀ? ਕਹਿੰਦਾ ਜਲਦੀ ਹੈ ਤੇ ਮੈਂ ਕਹਿ ਰਿਹਾ ਨਾ, ਕਿਰਪਾ ਕਰ ਮੈਨੂੰ ਦੱਸ ਕਿੰਨਾ ਕੁ ਟਾਈਮ ਲੱਗੇਗਾ। ਕਹਿੰਦਾ ਟਾਈਮ ਲੱਗੇਗਾ, ਪੀਸਣ ਡਿਆ ਮੈਂ। ਫਿਰ ਸੰਗੀਤ ਵਾਲੇ ਕੋਲ ਚਲੇ ਗਿਆ, ਉਹ ਫੜ ਕੇ ਉਹਦਾ ਸੰਗੀਤ ਆਪ ਵਜਾਉਣ ਲੱਗ ਪਿਆ। ਫਿਰ ਪੁੱਛਦਾ ਹੈ ਕਿੰਨਾ ਕੁ ਟਾਈਮ ਲੱਗੇਗਾ। ਉਹ ਕਹਿੰਦਾ ਭਾਈ ਟਾਈਮ ਲੱਗੇਗਾ, ਆਰਾਮ ਕਰ, ਤੈਨੂੰ ਬਖਸ਼ਾਂਗਾ। ਕਹਿੰਦਾ ਮੈਂ ਕਦੋਂ ਕਹਿ ਰਿਹਾ ਮੈਨੂੰ ਬਖਸ਼ੋ, ਮੈਂ ਤੇ ਪੁੱਛ ਰਿਹਾ ਟਾਈਮ ਕਿਉਂ ਜ਼ਿਆਦਾ ਲੱਗ ਰਿਹਾ ਹੈ, ਜਲਦੀ ਕਿਉਂ ਨਹੀਂ ਹੋ ਰਹੀ।
ਇਦਾਂ ਕਿਉਂ ਹੁੰਦਾ ਏ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੇ ਮਨੁੱਖ ਦਾ ਜਨਮ ਲੈ ਕੇ ਪ੍ਰਮਾਤਮਾ ਦੀ ਬੰਦਗੀ ਕਰ ਲਈ, ਜਿਨ੍ਹਾਂ ਨੇ ਸਿਮਰਨ ਕੀਤਾ, ਮਨੁੱਖਤਾ ਦੀ ਸੇਵਾ ਕੀਤੀ, ਉਹਨਾਂ ਨੇ ਮਨੁੱਖ ਜਨਮ ਦਾ ਮਕਸਦ ਜਿਹੜਾ ਸੀ ਨਾ ਉਹ ਪੂਰਾ ਕਰ ਲਿਆ। ਉਹ ਫਿਰ ਕੀ ਕਹਿੰਦੇ ਨੇ? ਬਾਬਾ ਅਬ ਨਾ ਬਸੂਏ ਗਾਉਂ। ਕਿਉਂ? ਕਹਿੰਦਾ ਜੀ ਇਸ ਗਾਉਂ ਦੇ ਵਿੱਚ ਤੇ ਘੜੀ ਘੜੀ ਕਾ ਲੇਖਾ ਮੰਗੇ, ਕਹਿਤ ਚੇਤੂ ਨਹੀਂ ਨਾਉ। ਮੈਂ ਕੀ ਪਤਾ ਕਦੋਂ ਇਹ ਮਨ ਕਿੱਧਰ ਨੂੰ ਛਾਲਾ ਮਾਰ ਜੇ, ਇੱਥੇ ਤੇ ਪਲ ਪਲ ਦਾ ਲੇਖਾ ਹੁੰਦਾ। ਜਿਨੇ ਆਪਣੀਆਂ ਝੋਲੀਆਂ ਭਰ ਲਈਆਂ ਨੇ, ਲਾਹਾ ਖੱਟ ਲਿਆ, ਮਕਸਦ ਪੂਰਾ ਕਰ ਲਿਆ ਮਨੁੱਖ ਜਨਮ ਦਾ, ਉਹ ਤੇ ਕਹਿੰਦਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਸੁਕਰਾਤ ਕਹਿ ਰਿਹਾ